सारंग बाणी साहिब श्री सतगुर रविदास महाराज जीओ की। एक ओंकार सतगुर प्रसाद। चल मन हर चट साल पढ़ाऊं, चल मन हर चट साल पढ़ाऊं। गुर की साट ज्ञान का अक्षर, बिछरै तो सहज समाध लगाऊं। चल मन हर चट साल पढ़ाऊं, चल मन हर चट साल पढ़ाऊं। गुर की साट ज्ञान का अक्षर, बिछरै तो सहज समाध लगाऊं। साहिब श्री गुरु रविदास महाराज जी दे पावन दरबार विच जुड़ बैठी गुरु प्यारी सत संगत जीओ। सारियां संगतां नूं दस वल्लों जय गुरुदेव, जय गुरु रविदास। अज असीं सारियां ही संगतां जो डेरा स्वामी जगतगिरी ट्रस्ट वल्लों परंपरा अनुसार श्री गुरु रविदास महाराज जी का अथवा स्वामी सिंगारागिर जी का जो ज्योति जोत समाई दिवस मनाया जाता है, उस विच जुड़ बैठे हाँ। अज का जो सत्संग है मास्टर राजकुमार ते उहदे परिवार वालों अपने पिता गुरदास चंद पिंड बहादुरपुर कोठे उन्हां दी याद दे विच ये करवाया जा रहा है। उहदे नाल नाल श्री जनकराज जी, श्रीमती सीमा देवी जी उधमपुर वाले अपने बेटे तरसराज के मुंडन सैरमनी की खुशी दे विच अज लंगर च अपने योगदान पा रहे ने। इहदे नाल ही श्री मनसा राम जी, श्रीमती संदला देवी जी डिस्ट्रिक्ट उधमपुर रामनगर तो परिवार की सुख शांति दे लई
ਸਹਿਯੋਗ ਭੇਜ ਰਹੇ ਹਨ। ਉਹਦੇ ਨਾਲ ਹੀ ਸਵਰਗਵਾਸੀ ਬੀਬੀ ਹਰਨਾਮ ਕੌਰ ਪਿੰਡ ਸਾਹੋਵਾਲ, ਉਹਨਾਂ ਦੇ ਸੁਪੁੱਤਰ ਅਵਤਾਰ ਸਿੰਘ, ਅਨਿਲ ਕੁਮਾਰ, ਰਜਨੀਸ਼ ਕੁਮਾਰ ਆਦਿ ਵੱਲੋਂ ਅੱਜ ਦੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਸਾਰੇ ਪਰਿਵਾਰਾਂ ਵੱਲੋਂ ਅੱਜ ਦਾ ਜੋ ਲੰਗਰ ਦੀ ਸੇਵਾ ਹੈ ਇਹਨਾਂ ਵੱਲੋਂ ਕਰਵਾਈ ਜਾ ਰਹੀ ਹੈ। ਤੇ ਇਹਦੇ ਨਾਲ ਹੀ ਸ੍ਰੀ ਮਦਨ ਲਾਲ ਜੀ ਔਰ श्रीमती ਵੀਨਾ ਦੇਵੀ ਜੀ ਨਿਵਾਸੀ ਉਦਮਪੁਰ ਵਾਲੇ, ਉਹਨਾਂ ਦੀ ਬੇਟੀ ਦੀਪਕਾ ਤਰੀ ਜੀ ਜਿਹੜੇ ਕਿ MBBS ਕੀਤੀ ਹੋਈ ਸੀ ਤੇ ਹੁਣੇ ਹੀ ਉਹਨਾਂ ਨੂੰ ਡਾਕਟਰੀ ਦੀ ਨੌਕਰੀ ਮਿਲੀ ਹੈ। ਉਹਨਾਂ ਵੱਲੋਂ ਪਹਿਲੀ ਤਨਖਾਹ ਜਿਹੜੀ ਹੈ ਇਹ ਡਾਕਟਰ ਦੀਪਕਾ ਵੱਲੋਂ ਲੰਗਰਾਂ 'ਚ ਭੇਜੀ ਗਈ ਹੈ। ਗੁਰੂ ਪਿਆਰੀ ਸਤ ਸੰਗਤ ਜੀਓ, ਵੈਸੇ ਜੋ ਸਵਾਮੀ ਸਿੰਗਾਰਾਗਿਰ ਜੀ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ, ਉਹਨਾਂ ਦਾ ਜੋ ਜੋਤੀ ਜੋ ਸਮਾਈ ਦਿਵਸ ਹੈ ਉਹ ਆਸੜ ਮਹੀਨੇ ਦੀ ਸੰਕਰਾਂਤੀ ਨੂੰ ਆਉਂਦਾ ਹੈ। ਪਰ ਡੇਰਾ ਸਵਾਮੀ ਜਗਤਗਿਰੀ ਟਰਸਟ ਨੇ ਇਹ ਸੋਚਿਆ ਕਿ ਕਾਫੀ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਕਈ ਵਾਰੀ ਪ੍ਰੋਗਰਾਮ ਤੋਂ ਵਾਂਝਿਆਂ ਰਹਿ ਜਾਂਦੇ ਸਨ। ਉਹਨਾਂ ਦੀ ਬੇਨਤੀ ਨੂੰ ਸਵੀਕਾਰਦੇ ਹੋਏ ਇਹ ਫਿਰ ਪ੍ਰੋਗਰਾਮ ਜੂਨ ਮਹੀਨੇ ਦੇ ਦੂਜੇ ਐਤਵਾਰ ਨੂੰ ਰੱਖ ਲਿਆ ਗਿਆ ਸੀ। ਵੈਸੇ ਤਾਂ ਇੱਕ ਹੀ ਸਤਸੰਗ ਹੁੰਦਾ ਹੈ, ਪਰ ਜੋ ਕਰੋਨਾ ਮਹਾਮਾਰੀ ਆਈ ਹੋਈ ਹੈ ਇਸ ਕਰਕੇ ਅੱਜ ਦੋ ਭਾਗਾਂ ਦੇ ਵਿੱਚ ਇਸ ਸਤਸੰਗ ਨੂੰ ਵੰਡਿਆ ਗਿਆ। ਐਤਵਾਰ ਦਾ ਜਿਸ ਤਰ੍ਹਾਂ ਪਰੰਪਰਾ ਅਨੁਸਾਰ 9 ਤੋਂ 10 ਹੁੰਦਾ ਹੈ, 9 ਤੋਂ 10 ਤੇ ਦੂਸਰਾ ਸੰਕਰਾਂਤੀ ਨੂੰ ਜਿਵੇਂ 1 ਤੋਂ 2 ਹੁੰਦਾ ਹੈ। ਇੱਕ ਸਤਸੰਗ 1 ਤੋਂ 2 ਹੋਵੇਗਾ ਤਾਂ ਕਿ ਜਿਹੜੀਆਂ ਸੰਗਤਾਂ ਸੁਬਾਹ ਸੁਣ ਕੇ ਆਪਣੇ ਘਰਾਂ ਨੂੰ ਜਾ ਸਕਦੀਆਂ ਨੇ, ਦੂਜੀਆਂ ਸੰਗਤਾਂ ਆ ਸਕਣ, ਕਿਉਂਕਿ ਹੈਲਥ ਵਾਲੇ ਦੇ ਜੋ ਉਹਨਾਂ ਦੀਆਂ ਹਦਾਇਤਾਂ ਹੈ ਉਹਨਾਂ ਨੂੰ ਵੀ ਮੰਨਣਾ ਪੈਂਦਾ ਹੈ। ਗੁਰੂ ਪਿਆਰੀ ਸਤ ਸੰਗਤ ਜੀ, ਸਤਿਗੁਰ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦਾ ਜਨਮ 1433 ਮਾਘ ਸੁਦੀ 15 ਦੁਖੀਆਂ ਕੇ ਕਲਿਆਣ ਹਿਤ ਪ੍ਰਗਟੇ ਗੁਰੂ ਰਵਿਦਾਸ, ਜਿਹੜੇ ਕਿ 1433 ਚ ਜਿਨ੍ਹਾਂ ਨੇ ਜਨਮ ਲਿਆ और 1584 पई चितौड़ में पीड़, जर जर दे कंचन पई तेरा वरव मिलियो शरीर। 1584 च गुरु जी ज्योति जोत समा गए। जदों असीं 1584 और 1433 की गल लईए तो गुरु जी की 151 साल की उम्र बनती है। गुरु जी ने एक बहुत लंबी उम्र भोगी है और याद रहे इतिहास के मुताबिक गुरु जी का अंत समा चित्तौड़गढ़ दा किया गया है। कई इतिहासकारां ने बनारस च ही किया, पर अज तक कोई भी ऐसी पुख्ता जानकारी नहीं मिली कि वह बनारस दा मन्निया जा सके। पर चित्तौड़गढ़ विच गुरु जी दी 70 गुरु जी दी चरण पादका ये दर्शाउंदी है कि गुरु जी दा अंत समा जेड़ा अंतम समा उत्थे ही उन्होंने
ਗੁਜ਼ਾਰਿਆ। ਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਸਾਰੇ ਸਾਨੂੰ ਉਪਦੇਸ਼ ਦਿੱਤੇ ਔਰ ਬਹੁਤ ਜ਼ਿਆਦੀ ਬਾਣੀ ਨੂੰ ਕਹਾ। ਉਹ ਜੋ ਉਹਨਾਂ ਦੀ ਬਾਣੀ ਹੈ ਉਹਦੇ ਵਿੱਚੋਂ ਹੀ ਪਾਠੀ ਸਾਹਿਬ ਜੀ ਨੇ ਸ਼ਬਦ ਲਿਆ, ਚੱਲ ਮਨ ਚਟਸਾਲ ਪੜਾ। ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਇੱਕ ਬਹੁਤ ਵੱਡੇ ਗਿਆਨ ਦੀ ਗੱਲ ਕੀਤੀ ਹੈ। ਜਦੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਇਸ ਦੁਨੀਆ ਵਿੱਚ ਆਏ, ਸੰਸਾਰ ਵਿੱਚ ਆਏ, ਜਦੋਂ ਗੁਰੂ ਜੀ ਨੇ ਥੋੜੀ ਹੋਸ਼ ਸੰਭਾਲੀ ਤਾਂ ਉਹਨਾਂ ਨੇ ਦੇਖਿਆ ਕੀ ਹੈ ਕਿ ਜਿਸ ਸਮਾਜ 'ਚ ਗੁਰੂ ਜੀ ਨੇ ਜਨਮ ਲਿਆ ਹੋਇਆ ਹੈ ਉਹ ਸਮਾਜ ਆਰਥਿਕ ਪੱਖੋਂ ਕਮਜ਼ੋਰ ਹੈ, ਅਵਗੁਣਾਂ ਦੇ ਵਿੱਚ ਪਿਆ ਹੋਇਆ ਹੈ। ਲੋਕ ਸੂਦਰ ਨੀਚ ਕਹਿ ਕੇ ਪੁਕਾਰਦੇ ਹਨ। ਗੁਰੂ ਜੀ ਨੇ ਮਨ ਹੀ ਮਨ ਸੋਚਿਆ ਕਿ ਜਿਸ ਤਰ੍ਹਾਂ ਦੇ ਬਾਕੀਆਂ ਦੇ ਸਰੀਰ ਨੇ ਵੈਸਾ ਹੀ ਇਹਨਾਂ ਦਾ ਸਰੀਰ ਹੈ। ਇਹ ਵੀ ਬਹੁਤ ਸਾਰੀ ਮਿਹਨਤ ਕਰਦੇ ਨੇ ਲੋਕ, ਫਿਰ ਇਹ ਗਰੀਬ ਕਿਉਂ ਰਹਿ ਗਏ ਔਰ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਪਰਿਵਰਤਨ ਆਵੇਗਾ। ਗੁਰੂ ਜੀ ਨੇ ਬਹੁਤ ਸੋਚਣ ਤੋਂ ਬਾਅਦ ਉਹਨਾਂ ਨੇ ਕਿਹਾ, ਉਹ ਬੇਸਿਕਲ ਇਹ ਲੋਕ ਜਿਹੜੇ ਨੇ ਗਿਆਨ ਤੋਂ ਹੀਨ ਹੋ ਗਏ, ਇਹਨਾਂ ਨੂੰ ਗਿਆਨ ਦੀ ਜ਼ਰੂਰਤ ਹੈ, ਇਹਨਾਂ 'ਚ ਇੱਕ ਸੋਚ ਦੀ ਜ਼ਰੂਰਤ ਹੈ। ਤੇ ਗੁਰੂ ਜੀ ਨੇ ਫਿਰ ਕਿਹਾ ਕਿ ਚੱਲ ਚੱਲ ਮਨ ਚਟਸਾਲ ਪੜਾਉ। ਐ ਇਨਸਾਨ, ਅਗਰ ਤੂੰ ਆਪਣੇ ਜੀਵਨ 'ਚ ਪਰਿਵਰਤਨ ਚਾਹੁੰਦਾ ਹੈ ਤੂੰ ਸਭ ਤੋਂ ਪਹਿਲਾਂ ਪਾਠਸ਼ਾਲਾ ਵਿੱਚ ਜਾ। ਬੇਸ਼ੱਕ ਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਅਧਿਆਤਮਕਵਾਦ ਪਾਠਸ਼ਾਲਾ ਲਈ ਕਿਹਾ ਹੈ, ਕਹਿਣ ਦਾ ਭਾਵ ਸਤਸੰਗ ਦੇ ਵਿੱਚ ਜਾ। ਜਿੱਥੇ ਗੁਰੂ ਜੀ ਨੇ ਅਧਿਆਤਮਕਵਾਦ ਪਾਠਸ਼ਾਲਾ ਲਈ ਕਿਹਾ, ਉੱਥੇ ਗੁਰੂ ਜੀ ਨੇ ਸਮਾਜਿਕ ਪਾਠਸ਼ਾਲਾ ਦੀ ਵੀ ਗੱਲ ਕੀਤੀ ਕਿ ਤੇਰਾ ਹੀ ਜਿਹੜਾ ਸਮਾਜਿਕ ਜੀਵਨ ਤਾਂ ਹੀ ਬਿਹਤਰ ਹੋ ਸਕੇਗਾ ਜੇਕਰ ਤੂੰ ਪਾਠਸ਼ਾਲਾ ਵਿੱਚ ਜਾਵੇਂਗਾ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਜੋ ਵੀ ਅਸੀਂ ਬਦਲਾਅ ਦੇਖ ਰਹੇ ਹਾਂ ਇਹ ਕਾਹਦੇ ਨਾਲ ਆਇਆ? ਕੇਵਲ ਤੇ ਕੇਵਲ ਪਾਠਸ਼ਾਲਾ ਵਿੱਚ ਜਾਣ ਕਰਕੇ। ਜਦੋਂ ਸਾਡੇ ਬੱਚੇ ਪਾਠਸ਼ਾਲਾ 'ਚ ਜਾਣੇ ਆਉਣੇ ਸ਼ੁਰੂ ਹੋ ਗਏ, ਸਮਾਜ 'ਚ ਬਹੁਤ ਵੱਡੀ ਕ੍ਰਾਂਤੀ ਆਈ। ਦਾਸ ਆਪਣੇ ਜੀਵਨ ਦੀ ਗੱਲ ਕਰਦਾ ਹੈ। ਸ਼ਾਇਦ 40 ਸਾਲ ਪਹਿਲਾਂ ਦੀ ਇਹ ਗੱਲ ਹੈ ਜਾਂ 45 ਸਾਲ। 75 ਵਿੱਚ ਮੈਂ ਪਠਾਨਕੋਟ ਆਇਆ ਤੇ ਉਹਦੇ ਤੋਂ 2 ਸਾਲ ਬਾਅਦ 'ਚ ਜੋ ਸੇਵਾਦਾਰ ਮਾਤਾ ਨੰਦੀ ਦੇਵੀ ਜੀ ਗੁਰੂ ਘਰ 'ਚ ਰਹਿੰਦੀ ਸਨ, ਉਹ ਮੈਨੂੰ ਲੈ ਕੇ ਜੰਮੂ ਚਲੇ ਗਏ। ਉਸ ਟਾਈਮ ਮੇਰੀ ਉਮਰ 16-17 ਸਾਲ ਦੀ ਹੋਵੇਗੀ। ਉੱਥੇ ਸਾਡੇ ਬਹੁਤ ਹੀ ਗੁਰੂ ਘਰ ਦੇ ਵੱਡੇ ਸਰਦਾਲੂ ਨੇ ਭਗਤ ਮੁਨਸੀ ਰਾਮ ਜੀ। ਉਹਨਾਂ ਦੇ ਘਰ ਅਸੀਂ ਜਾ ਕੇ ਠਹਿਰੇ, ਰਾਤ ਕੱਟੀ। ਦੂਜੇ ਦਿਨ ਮਾਤਾ ਨੰਦੀ ਦੇਵੀ ਜੀ ਕਹਿਣ ਲੱਗੇ, ਭਗਤ ਮੁਨਸੀ ਰਾਮ ਜੀ ਨੂੰ, ਭਰਾ ਜੀ ਇਹ ਮਹਾਤਮਾ, ਮਾਤਾ ਜੀ ਮੈਨੂੰ ਮਹਾਤਮਾ ਕਰਕੇ ਕਿਆ ਕਰਦੀ ਸੀ, ਇਹਨੂੰ ਜਾ ਜੰਮੂ ਲੈ ਜਾ, ਕਮਾ ਫਰਾ ਲਿਆ।
ਭਗਤ ਮੁਨਸੀ ਰਾਮ ਜੀ ਮੈਨੂੰ ਲੈ ਕੇ ਨਿਕਲੇ। ਪਹਿਲਾਂ ਆਪਣੀ ਦੁਕਾਨ ਤੇ ਚਲੇ ਗਏ। ਥੋੜੀ ਦੇਰ ਤੱਕ ਦੁਕਾਨ ਤੇ ਬੈਠ ਕੇ ਕਹਿੰਦੇ ਆਓ ਤੁਹਾਨੂੰ ਮੈਂ ਜੰਮੂ ਘੁਮਾ ਦੇਵਾਂ। ਉਹ ਜ਼ਿਆਦਾਤਰ ਮੈਨੂੰ ਧਰਮ ਸਥਾਨਾਂ 'ਚ ਲੈ ਕੇ ਗਏ, ਮੰਦਿਰਾਂ ਗੁਰਦੁਆਰਿਆਂ 'ਚ ਲੈ ਕੇ ਗਏ। ਕਾਫੀ ਸਾਰੇ ਧਰਮ ਸਥਾਨ ਬਣੇ ਹੋਏ ਸਨ। ਇੱਕ ਧਰਮ ਸਥਾਨ ਇਹੋ ਜਿਹਾ ਦੱਸਿਆ ਕਿ ਬਹੁਤ ਸਾਰੀਆਂ ਮੂਰਤੀਆਂ ਨੇ ਤੇ ਬਾਅਦ ਚ ਵੇਖਿਆ ਛੋਟੇ ਛੋਟੇ ਜੇ ਨਿੱਕੇ ਨਿੱਕੇ ਜੇ ਨਿਸ਼ਾਨ ਬਣੇ ਹੋਏ ਨੇ, ਨਿੱਕੇ ਨਿੱਕੇ ਨਿਸ਼ਾਨ ਲੱਗੇ ਹੋਏ ਨੇ ਉਹ ਧਰਮ ਸਥਾਨ 'ਚ। ਮੈਂ ਕਿਹਾ ਉਹ ਮੂਰਤੀਆਂ ਤੇ ਹੋਈਆਂ ਐ, ਪੱਥਰ ਆ ਗਏ, ਫਿਰ ਨਿੱਕੇ ਪੱਥਰ ਆ ਗਏ, ਹੁਣ ਨਿਸ਼ਾਨ ਜੇ ਹੀ ਦਿਸ ਰਹੇ ਨੇ, ਇਹ ਕੀ ਨੇ? ਭਗਤ ਮੁਨਸੀ ਰਾਮ ਜੀ ਕਹਿਣ ਲੱਗੇ ਇਹ ਉਹਨਾਂ ਨੇ ਆਪਣੀ ਸੋਚ ਦੇ ਮੁਤਾਬਕ 33 ਕਰੋੜ ਦੇਵੀ ਦੇਵਤੇ ਬਣਾਏ ਹੋਏ ਨੇ। ਉਹਨਾਂ ਦੀ ਲੋਕ ਪੂਜਾ ਪਾਠ ਕਰ ਰਹੇ ਸਨ। ਸਾਰੇ ਧਰਮ ਸਥਾਨ ਕਮਾਉਣ ਤੋਂ ਬਾਅਦ ਰਘੁਨਾਥ ਬਾਜ਼ਾਰ ਦੇ ਨਜ਼ਦੀਕ ਹੀ ਇੱਕ ਛੋਟਾ ਜਿਹਾ ਮੰਦਿਰ ਬਣਿਆ ਹੋਇਆ, ਉੱਥੇ ਲੈ ਗਏ। ਉਹ ਮੰਦਿਰ ਗੁਰੂ ਰਵਿਦਾਸ ਮੰਦਿਰ ਸੀ। ਭਗਤ ਮੁਨਸੀ ਰਾਮ ਜੀ ਮੈਨੂੰ ਥੋੜਾ ਜਿਹਾ ਸਮਝਾਉਣ ਲੱਗੇ, ਮੈਂ ਬੱਚਾ ਸਾਂ। ਕਹਿਣ ਲੱਗੇ ਮਹਾਤਮਾ ਜੀ ਤੁਸੀਂ ਬਹੁਤ ਵੱਡੇ ਵੱਡੇ ਮੰਦਿਰ ਦੇਖ ਕੇ ਆਏ ਹੋ ਨਾ? ਮੈਂ ਕਿਹਾ ਹਾਂ। ਅਸੀਂ ਉਹਨਾਂ ਮੰਦਿਰਾਂ 'ਚ ਬਹੁਤ ਪੂਜਾ ਪਾਠ ਕੀਤੀ, ਬਹੁਤ ਕਰਮ ਕਾਂਡ ਕੀਤੇ ਅਸਾਂ ਲੋਕਾਂ ਨੇ, ਪਰ ਸਾਡੇ ਸਮਾਜ 'ਚ ਪਰਿਵਰਤਨ ਨਾ ਆਇਆ। ਆਖਰ ਜਿਹੜਾ ਇਹ ਮੈਂ ਤੁਹਾਨੂੰ ਮੰਦਿਰ ਦੱਸ ਰਿਹਾ, ਇਸ ਮੰਦਿਰ ਨੇ ਸਾਡੇ ਸਮਾਜ 'ਚ ਬਹੁਤ ਵੱਡਾ ਪਰਿਵਰਤਨ ਲਿਆਂਦਾ। ਮੈਂ ਮਨ ਹੀ ਮਨ ਸੋਚ ਰਿਹਾ ਸਾਂ ਕਿ ਇਤਨੇ ਵੱਡੇ ਮੰਦਿਰਾਂ ਦੇ ਨਾਲ ਔਰ ਇਤਨੀਆਂ ਸੋਹਣੀਆਂ ਉੱਥੇ ਮੂਰਤੀਆਂ ਲੱਗੀਆਂ ਹੋਈਆਂ, ਇਤਨਾ ਉੱਥੇ ਖਰਚ ਹੋਇਆ ਪਿਆ, ਉਹਦੇ ਨਾਲ ਪਰਿਵਰਤਨ ਨਹੀਂ ਆਇਆ। ਤਾਂ ਇਹ ਛੋਟੇ ਜਿਹੇ ਮੰਦਿਰ ਨੇ ਪਰਿਵਰਤਨ ਕਿਸ ਤਰ੍ਹਾਂ ਲਿਆ? ਭਗਤ ਮੁਨਸੀ ਰਾਮ ਜੀ ਮੈਨੂੰ ਦੱਸ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬੱਚੇ ਦੇ ਮਨ 'ਚ ਸਵਾਲ ਜ਼ਰੂਰ ਉੱਠੇਗਾ ਕਿ ਇਤਨੇ ਵੱਡੇ ਮੰਦਿਰ ਦੇਖੇ ਨੇ, ਇਤਨੀਆਂ ਸੋਹਣੀਆਂ ਮੂਰਤੀਆਂ ਦੇਖੀਆਂ, ਜੇ ਉਹਨਾਂ ਦੀ ਪੂਜਾ ਪਾਠ ਦੇ ਨਾਲ ਪਰਿਵਰਤਨ ਨਹੀਂ ਆਇਆ ਤਾਂ ਇਹ ਮੰਦਿਰ ਪਰਿਵਰਤਨ ਕੀ ਲਿਆਏਗਾ? ਕਹਿਣ ਲੱਗੇ ਬੇਸਿਕਲ ਸਾਡੇ ਬਜ਼ੁਰਗਾਂ ਨੇ ਮਹਾਰਾਜ ਸਿੰਗਾਰਾ ਗਿਰ ਜੀ, ਜਿਨ੍ਹਾਂ ਦੀ ਅਸੀਂ ਅੱਜ ਬਰਸੀ ਮਨਾ ਰਹੇ ਹਾਂ, ਉਹਨਾਂ ਦਾ ਇੱਕ ਸੇਵਾਦਾਰ ਸੀ। ਉਹਦੇ ਮਨ 'ਚ ਸੋਚ ਬਣਾਈ ਕਿ ਜੰਮੂ ਸ਼ਹਿਰ ਦੇ ਵਿੱਚ ਮੈਂ ਇੱਕ ਗੁਰੂ ਰਵਿਦਾਸ ਟੈਂਪਲ ਬਣਾਵਾਂਗਾ। ਇਹ ਕਾਫੀ ਪੁਰਾਣੀ ਗੱਲ ਹੈ। ਆਖਰ ਉਹ ਇਸ ਕੰਮ 'ਚ ਕਾਮਯਾਬ ਹੋ ਗਿਆ। ਉੱਥੇ ਛੋਟਾ ਜਿਹਾ ਟੈਂਪਲ ਬਣਾਇਆ ਤੇ 4-5 ਰੂਮ ਬਣਾ ਦਿੱਤੇ। ਜਦੋਂ 4-5 ਰੂਮ ਬਣਾਤੇ ਤਾਂ ਜਿਹੜੇ ਪਿੰਡਾਂ 'ਚ ਸਾਡੇ ਲੋਕ ਰਹਿਣ ਵਾਲੇ ਸਨ, ਉਹਨਾਂ ਨੂੰ ਸ਼ਹਿਰ ਦੇ ਵਿੱਚ ਕਮਰਾ ਕਿਰਾਏ ਤੇ ਨਹੀਂ ਸੀ ਮਿਲਦਾ। ਜੇ ਮਿਲਦਾ ਸੀ ਤੇ ਉਹਨਾਂ ਦੇ ਪਾਸ ਪੈਸਾ ਨਹੀਂ ਸੀ ਕਿ ਉਹ ਕਿਰਾਏ ਤੇ ਕਮਰਾ ਲੈ ਸਕਣ ਤੇ ਆਪਣੇ ਬੱਚੇ ਨੂੰ ਪੜ੍ਹਾ ਸਕਣ। ਜਦੋਂ ਇਹ ਮੰਦਿਰ ਬਣ ਗਿਆ, ਭਗਤ ਮੁਨਸੀ ਰਾਮ ਜੀ ਮੈਨੂੰ ਦੱਸ ਰਹੇ ਨੇ, ਫਿਰ ਕੀ ਹੋਇਆ? ਬਹੁਤ ਸਾਰੇ ਬੱਚੇ ਜਿਹੜੇ ਨੇ ਇਹਨਾਂ ਕਮਰਿਆਂ 'ਚ ਰਹਿਣ ਲੱਗੇ ਤੇ ਵਿਦਿਆ ਨੂੰ ਹਾਸਲ ਕਰਨ ਲੱਗੇ। ਜਿਤਨੇ ਵੀ ਪੁਰਾਣੇ ਸਾਡੇ ਅਫਸਰ ਨੇ, ਪਰਮਾਨੰਦ ਗਵਰਨਰ ਵੀਰੇ ਨੇ, ਔਰ ਕਾਫੀ ਪੜ੍ਹੇ ਲਿਖੇ ਸਨ,
होर उन्होंने 7-8 ना गिन के दसे पढ़े लिखे बजुर्गों दे। ये जिन्ना भी परिवर्तन इस मंदिर दे नाल आया, मंदिर दी टल्ली खड़कार नाल नहीं, मंदिर दी घंटी खड़कार नाल नहीं, सगों मंदिर च रह के स्कूल दी घंटी नूं सुन के उत्थे इन्हां ने जाना शुरू कर दिता, क्योंकि शहर दे विच उन्हां नूं रहण लई टिकाना मिल गया। फिर उन्होंने अपने परिवारां नूं विद्या दिलाई। अज जो भी परिवर्तन आया, भगत मुंशी राम जी कहन लगे वो वड्डे वड्डे धर्म स्थानां च नक रगड़न दे नाल परिवर्तन नहीं आया। परिवर्तन कदों आया? जदों इत्थे बैठ करके विद्या हासिल की। सो गुरु प्यारी सा संगत जीओ, जितनी देर तक सतगुर रविदास जी कहते हैं कि तुसी ज्ञानवान नहीं हुंदे, तुहाडे जीवन च बदलाव नहीं आ सकता। इस करके गुरु जी ने सब तो पहला सानू पाठशाला विच जान ले गया, जिथे गुरु जी ने इस समाजिक पाठशाला दी गल कीती है। मादो अविद्या हित कीन विवेक दीप मलीन। विद्या तो बिना विवेक रूपी दीवा धुंधला रह जाता है। इस करके विद्या का होना बहुत ही जरूरी है, ते विद्या दे नाल ही बदलाव आना है। जो भगत मुंशी राम जी ने मैनू उदों समझाया, दास अज अपने जीवन का प्रैक्टिकल देख रहा है। जदों उन्हां परिवारां विच चाती मारदे हां जिन्हां नूं रोटी भी खाण लई नसीब नहीं सी, जदों उन्हां दे परिवारां विच पढ़ाई आ गई ते एक बहुत वड्डा परिवर्तन आया। अज जो सानू बैठन दा ढंग आया है, मैं देख रहा हाँ, माड़ा जिहा इशारा सेवादार करदे ने, सारे उस इशारे नू समझ रहे ने। यही ज्ञान है, नहीं तो सानू वाकया बैठना भी पता नहीं सी कि बैठना किस तरह। अज जो भी बदलाव आया है, घर चंगे बन गए, कपड़े चंगे मिल गए सानू पहनन लई, इस सारा दा सारा ज्ञान नाल आया, पाठशाला च जान करके आया। इस करके गुरु जी कहते ने, जेकर जीवन च परिवर्तन लियाना ते पाठशाला विच जरूर जाओ। गुरु प्यारी सत्संगत जीओ, बेनती है, सादा पहन लवो, सादा खा लवो, पर बच्चियां नू पाठशाला जरूर भेजो। ये पाठशाला करके ही साडे च परिवर्तन आउणा। ते जिथे असी समाजिक पाठशाला च जाना, उत्थे रूहानियत पाठशाला विच भी जाना। केड़ी रूहानियत पाठशाला? जिथे असी बैठे हुए। क्योंकि जेकर अध्यात्मकवाद ना असी होवांगे, समाजिकवाद होवांगे, बहुत सारी सानू सिक्ख्या मिल जाएगी। हो सकता असी विकारां च पै जाइए, अवगुणां च पै जाइए। कई बहुत पढ़े लिखे परिवार ने फिर वो नरकां वर्गा जीवन जी रहे ने, क्यों? नशियां च पै गए ने। इस कारण जिथे असी समाजिक पाठशाला च जाना है, उथे अध्यात्मकवाद पाठशाला विच भी जरूर जाना। अध्यात्मक पाठशाला जिथे असी बैठे हाँ, सत्संग
मेरे राम हम बारक हर प्रभ के है याने। तन तन गुर सतगुर पांदा जिन हर उपदेश दी कीए सियान। गुरु जी कहते ने कि जदों असी आध्यात्मक पाठशाला विच आए, जो असी मालिक दे नाम तो बिल्कुल अनजान सां, उहदा सानू इत्थे आके पता लग गया। और कुदरती ही सत्संग चाउण दे नाल साडा मन पवित्र हुंदा गया। महिमा साधु संग की सुनियो मेरे मीता, ऐ मेरे मित्र तू साधु संग दी महिमा सुन। मैल खोई कोटे अग हरे निर्मल पे चीता। कहंदे तेरियां सारियां मैला खत्म हो जाएंगियां, तो पवित्र हो जाएगा, साफ हो जाएगा जदों सत्संग च जाएंगे। तो इसलिए बेनती है कि असी समाजिक पाठशाला विच भी जाना है और आध्यात्मकवाद पाठशाला विच भी जाना है। कहण दा भाव सतगुर रविदास महाराज जी दी जिथे बाणी पढ़ी जाती है, सत्संग हुंदा है, उस पाठशाला विच भी जाना है, ताकि असी विकारां तो बचे रहिए, अवगुणा तो बचे रहिए। गुरु जी कहंदे ने गुर की सांट ज्ञान का अक्सर बिसरे ते सहज समाद लगा। गुर की सांट छोटी जी पकड़ी हुंदी। पहला जेडे टीचर हुंदे सन, पढ़ाई बिल्कुल वखरी हुंदी। ब्लैक बोर्ड हुंदा, उहदे ते हथ नाल अक्षर लिख दिते जांदे, का खा ABC जां ऊड़ा ऐड़ा, और सोटी नाल पकड़ के सानू अक्षरां दी पहचान टीचर करवाउंदे कि ऊड़ा है अगे, फिर ऐड़ा है, ईड़ी। वो सोटी, वो डंडा, छोटी जी स्टिक जिहड़ी हुंदी, उहदे नाल अक्षरां दी पहचान करांदे। तो रूहानियत पाठशाला दे विच जिहड़ा गुरु है वो एक स्टिक दी तरह है और ज्ञान अखर दी तरह है। सतगुर सानू ज्ञान समझांदे हन, ज्ञान दिंदे हन। असी गुरु चरनां विच जाके ज्ञानवान हो जांदे हैं। वो सानू जिंदगी जीण दी कला सिखा दिंदे ने। गुरु च ताकत है। गुरु वो नहीं है जो सानू अंध विश्वास विच पा देवे, जो विकारां दे विच पा देवे। गुरु वो है जो सानू ज्ञान मार्ग दसे, जो सानू ज्ञान दे रास्ते ते लै आवे। ताही सुल्तान बहू जी ने कहा कि मुर्शद ऐसा सहेड़िए जो दो जग खुशी दिखाए हो। अवल गम टुकड़े दा मेटे ते दत रब दा राह दिखाए। गुरु चे दोनों गुण होन। साडी रोजी रोटी दा फिक्र होवे, इनू रोजी रोटी किस तरह मिलनी है। सानू जो जिंदगी जीण दी कला सिखा देवे और दूसरा रब नाल मिला देवे, उसनू गुरु कहंदे ने। वो गुरु नहीं है जो सानू अंध विश्वास विच पा के अज्ञानता च पा देवे। नहीं, असी गुरु दी गल नू मनना है, गुरु दे शब्द ते चलना है और उन्हां दी बाणी अनुसार अपने जीवन नू सफला बनाना है। गुरु पातशाह जी अपनी बाणी च अगे आऊं फरमाउंदे हन। प्रेम पाटे सुरत लेखन कर हो। राम मालिक आंख दिखाओ।
ਪ੍ਰੇਮ ਪਾਟੇ ਸੁਰਤ ਲੇਖਣ ਕਰਹੁ ਰਾਰਾ ਮੰਮਾ ਲਿਖ ਆਂਕ ਦਿਖਾਉ ਅੱਜ ਕੱਲ ਦੇ ਬੱਚਿਆਂ 'ਚ ਸ਼ਬਦ ਪੜਿਆ ਜਾਏ ਤਾਂ ਸ਼ਾਇਦ ਉਹਨਾਂ ਨੂੰ ਪਤਾ ਹੀ ਨਾ ਲੱਗੇਗਾ ਕਿ ਗੁਰੂ ਜੀ ਇਸ ਸਕੂਲ ਦੇ ਵਿੱਚ ਆਉਣ ਵਾਲੀਆਂ ਵਸਤਾਂ ਦੀ ਗੱਲ ਕਰ ਰਹੇ ਨੇ। ਪ੍ਰੇਮ ਦੀ ਪਾਟੀ, ਪ੍ਰੇਮ ਪਾਟੀ ਸੁਰਤ ਲੇਖਨ ਕਰ। ਫੱਟੀ ਲੇਖਨੀ ਕਲਮ, ਉਹਨਾਂ ਦਿਨਾਂ ਦੇ ਵਿੱਚ ਕਾਪੀਆਂ ਨਹੀਂ ਵਰਤਦੇ ਸਨ ਬੱਚੇ, ਬਹੁਤ ਘੱਟ। ਸਟਾਰਟਿੰਗ ਦੇ ਵਿੱਚ ਬੱਚੇ ਨੂੰ ਫੱਟੀ ਦੇ ਉੱਪਰ ਲਿਖਣਾ ਸਿਖਾਇਆ ਜਾਂਦਾ। ਫੱਟੀ, ਜੋ ਸਕੂਲ ਫੱਟੀ ਹੁੰਦੀ ਸੀ, ਉਹਦੇ ਉੱਪਰ ਗਾਚੀ ਜੀ ਮੱਲ ਲਈ ਜਾਂਦੀ ਤੇ ਸਿਆਹੀ ਦੇ ਨਾਲ ਉੱਥੇ ਲਿਖਿਆ ਜਾਂਦਾ। ਟੀਚਰ ਨੂੰ ਦੱਸ ਕੇ ਫਿਰ ਉਹਨੂੰ ਸਾਫ਼ ਕਰ ਲਿਆ ਜਾਂਦਾ। ਅਸਲ 'ਚ ਗੱਲ ਇਹ ਹੁੰਦੀ ਸੀ ਕਿ ਕਾਗਜ਼ ਘੱਟ ਵਰਤਿਆ ਜਾਏ, ਖਰਚਾ ਘੱਟ ਹੋਵੇ, ਮਿਹਨਤ ਬੱਚੇ ਨੂੰ ਜ਼ਰੂਰ ਕਰਨੀ ਪੈਂਦੀ ਸੀ। ਸੈਂਤ ਅਸੀਂ ਆਪਣੀ ਹੋਸ਼ 'ਚ ਤਾਂ ਤੀਜੀ ਚੌਥੀ 'ਚ ਜਾ ਕੇ ਨੋਟਬੁੱਕ ਨੂੰ ਵੇਖਿਆ, ਫੱਟੀ ਤੇ ਸਲੇਟ ਤੇ ਕੰਮ ਚੱਲਦਾ ਜ਼ਿਆਦਾ। ਗੁਰੂ ਜੀ ਕਹਿੰਦੇ ਨੇ, ਐ ਇਨਸਾਨ, ਜਦੋਂ ਤੂੰ ਪ੍ਰੇਮ ਦੀ ਫੱਟੀ ਬਣਾ ਲਵੇਂਗਾ ਤੇ ਸੁਰਤ ਦੀ ਕਲਮ ਬਣ ਜਾਏ ਤੇ ਉਹਦੇ ਨਾਲ ਫਿਰ ਤੂੰ ਆਪਣੇ ਲੇਖ ਲਿਖ ਸਕਣਾ। ਦੋ ਚੀਜ਼ਾਂ ਹੋਣਾ ਕਿ ਪ੍ਰੇਮ ਦੀ ਫੱਟੀ ਦੇ ਉੱਪਰ ਸੁਰਤ, ਵਧੀਆ ਸੁਰਤ ਹੋਏ ਤੇਰੀ, ਫਿਰ ਤੂੰ ਆਪਣੇ ਵਧੀਆ ਲੇਖ ਲਿਖੇਂਗਾ। ਉਹ ਕਹਿੰਦੇ ਆ ਨਾ ਕਿ ਉਸਨੇ ਲੇਖ ਜੋ ਲਿਖੇ ਹੈ, ਗੁਰੂ ਜੀ ਕਹਿੰਦੇ ਨੇ ਕਿਸੇ ਨੇ ਨਹੀਂ ਲੇਖ ਲਿਖੇ, ਲੇਖ ਤੂੰ ਖੁਦ ਹੀ ਲਿਖਣੇ ਹੈ। ਚਾਹੇ ਆਪਣੇ ਚੰਗੇ ਲੇਖ ਲਿਖ ਲੈ ਤੇ ਚਾਹੇ ਮਾੜੇ ਲੇਖ ਲਿਖ ਲੈ, ਇਹ ਤੇਰੇ ਹੱਥ ਕਲਮ ਹੈ, ਤੇਰੇ ਕੋਲ ਫੱਟੀ ਹੈ, ਜਿਹੋ ਜੇ ਲਿਖਣਾ ਲਿਖ ਲੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਕਦੇ ਨਹੀਂ ਸੋਚਣਾ ਕਿ ਸਾਡੇ ਕਰਮ ਕਿਸੇ ਨੇ ਲਿਖੇ ਹੋਏ। ਅਸੀਂ ਆਪ ਹੀ ਆਪਣੇ ਕਰਮ ਬਣਾਉਣੇ ਨੇ, ਆਪ ਹੀ ਲਿਖਣੇ ਨੇ। ਇਹ ਗੁਰੂ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ। ਜਿਹੜਾ ਚੰਗੇ ਕਰਮ ਕਰੇਗਾ ਚੰਗਾ ਫਲ ਪਾਲੇਗਾ, ਜਿਹੜਾ ਮਾੜੇ ਕਰਮ ਕਰੇਗਾ ਮਾੜਾ ਫਲ ਪਾਲੇਗਾ। ਚੰਗੇ ਕਰਮਾਂ ਨਾਲ ਸੁਖ ਹੋਣ ਪੈਦਾ, ਮੰਦੇ ਕਰਮਾਂ ਨਾਲ ਸਦਾ ਦੁੱਖ ਹੁੰਦੇ। ਦੁੱਖ ਡਿੱਗਦੇ ਨਹੀਂ ਅਸਮਾਨ ਉੱਤੋਂ, ਕਾਰਨ ਦੁੱਖ ਦਾ ਖੁਦ ਮਨੁੱਖ ਹੁੰਦਾ। ਤੋ ਅਸੀਂ ਆਪਣੇ ਚੰਗੇ ਕਰਮ ਲਿਖਣੇ ਨੇ, ਆਪਣੇ ਚੰਗੇ ਲੇਖ ਲਿਖਣੇ ਨੇ। ਗੁਰੂ ਜੀ ਨੇ ਸਾਨੂੰ ਸਮਝਾਇਆ ਜੋ ਉਹੀ ਲੇਖ ਲਿਖੋ। ਸਭ ਤੋਂ ਪਹਿਲਾਂ ਤੇ ਇਹ ਨਾ ਸੋਚਣਾ ਕਿ ਅਸੀਂ ਖੈਰ ਸੈਂਤ ਕੋਈ ਨਿੰਦਕ ਚੁਗਲਖੋਰ ਹਾਂ, ਅਸੀਂ ਸ਼ਰਾਬੀ ਕਬਾਬੀ ਹਾਂ। ਨਹੀਂ, ਗੁਰੂ ਜੀ ਨੇ ਕਿਹਾ ਸੀ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਇਨਸਾਨ ਤੇਰੇ 'ਚ ਤੇ ਰੱਬ 'ਚ ਕੋਈ ਫਰਕ ਨਹੀਂ। ਤੂੰ ਇੱਕ ਪ੍ਰਭੂ ਰੂਪ ਆਤਮਾ ਹੈ। फिर गुरु जी ने क्या सी, जहां जहां जाऊं तहां तेरी सेवा, तुम सा ठाकर अवर ना देवा। तेरे वर्गा कोई देवी देवता नहीं, ते जिदे ते तू सिर ते हथ रख दिंदा उन्नू कोई कमी नहीं। इस करके सतगुरु जी कहंदे ने तू एक शक्तिशाली आत्मा है,
गुरु प्यारी सत संगत जी, गुरु जी ने कहा सहज समाधि उपाद रहित फुन वड्डे भाग लिव लागी कहे रविदास प्रकाश रिधे तर जन्म मरण भै भागी। कहंदे ने ऐ इंसान तू सहज च जाके समाधि लगा ते विकारां तो रहत होके शांति हो जा। इस करके गुरु जी कहंदे ने तू शांत स्वरूप आत्मा। ते गुरु जी ने फिर कहा हर 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 हरे हर सिमरत गे निस्तर तरे हर के नाम कबीरो जागर जन्म जन्म के काटे कागर। जदों तेरा हरि नाम दे नाल प्यार है ते तेरे जन्मा जन्मा दे रोग कट्टे जाणगे। इस करके सोच लेना कि प्रभु नाम कवच मेरे चारे पासे है। इस करके मैं एक तंदुरुस्त आत्मा है। कदे नहीं है सोचना मैं बीमार हाँ, मैं ठीक नहीं होना, है नहीं होना। कई माड़ी जी बीमारी होवे तो परेशान इतना जिदा हिसाब नहीं कोई। जदों तुहाडा मन बीमार हो गया तुहानू कोई तंदुरुस्त नहीं जे कर सकता। इस करके मन नू कदे बीमार नहीं होण देना, आत्मा नू कदे बीमार नहीं होण देना। कहण दा भाव है सोच लेना मैं हमेशा तंदुरुस्त हाँ, फिर रोंदियां धोंदियां जिंदगी खत्म नहीं करनी। ऐ सोच लेना कि मैं एक खुशकिस्मत आत्मा हाँ, अपने वधिया लेख लिखने हैं। ते आओ हाँ इन्हां लेखां नूं लिखिए, मेरे पीछे पीछे बोली जाना ते मन ते लिखी जाना कि जो मैं कहंदा हाँ ते दिलों हो के कहना मैं एक रब रूप आत्मा हाँ, मैं एक शांति स्वरूप आत्मा हाँ, मैं एक शक्तिशाली आत्मा हाँ। प्रभु नाम दा कवच मेरे चारे पासे है। इस करके मैं एक तंदुरुस्त आत्मा हाँ, मैं खुशकिस्मत आत्मा हाँ। ये पक्का लिख लिया ना तुहीं, पक्का लिख रखना। शांत रहना, क्रोध विच कदे नहीं आना, खुश रहना, तरीबलियां पा के नहीं रखनियां। तुहाडा मूँह साडा मूँह ही लटकिया रवे कि बड़ा मूँह लमकाया दा की गल है। नहीं, खुश खिड़े रहना। गुरु जी कह रहे ने कि ऐ इंसान प्रेम पाटी सुरत लेखन कर रारा मम्मा लिख अंक लिखा देखा। कहंदे मैं तेनू अपना किस्मत लिख के दसदा। असी अपनी किस्मत आप लिखनी है, रोजाना ही ये सोच बना लेनी है ये हुई कि मैं शराबी कबाबी नहीं, मैं निंदक नहीं, मैं चुगलखोर नहीं हाँ। जदों किते निंदिया चुगली तुहाडे मन च आए ना, जल्दी नाल सोच लेना नहीं मैं प्रभु रूप आत्मा हाँ। मैं गुरु घर जा बैठ के क्या है, गुस्सा आउन लगे ते सोच लेना कि नहीं मैं एक शांति स्वरूप आत्मा हाँ। मैं गुरु घर बैठ के क्या सी। मन घबराए रोग लग जे ते कहना नहीं मैं एक तंदुरुस्त आत्मा हाँ। गुरु प्यारी साध संगत जीओ, जदों ये सोच बन जाएगी अद्धी बीमारी उसे वक्त तुहाडी कट्टी जाएगी। तुसी वेख्या कोरोना दे कुछ जेड़े मरीज ने उन्हां दी मौत हो गई। कदों हुई? जदों उन्हां दे दिमाग च कोरोना वड़ गया। हाय मैनू कोरोना हो गया। इत्थे ते बड़े बड़े भयानक रोग कैंसर वर्गे ठीक हो गए। एक आदि बुखार की चीज है, लेकिन जदों दिमाग च कोई चीज वड़ जाती वो नहीं निकलती। इस करके अपना मन मजबूत रखना है। ते गुरु जी कहंदे ने
ਆਪਣੇ ਅੰਦਰ ਮਾਲਕ ਨੂੰ ਵਸਾਣਾ ਹੈ। ਜਦੋਂ ਤੁਹਾਡੇ ਨਾਲ ਤੁਹਾਡਾ ਮਾਲਕ ਹੈ, ਤੁਹਾਨੂੰ ਕਾਦੀ ਕਮੀ ਹੈ? ਗੁਰੂ ਜੀ ਕਹਿੰਦੇ ਨੇ ਅਸੀਂ ਆਪਣੀਆਂ ਕਿਸਮਤਾਂ ਆਪ ਲਿਖਣੀਆਂ, ਸਾਡੇ ਹੀ ਹੱਥ ਕਰਮ ਹੈ, ਸਾਡੇ ਹਾਥੀ ਫੱਟੇ ਹੈ। ਵਧੀਆ ਲਿਖੋ ਆਪਣੀਆਂ ਕਿਸਮਤਾਂ, ਅਸੀਂ ਰੋਂਦੇ ਧੋਂਦੇ ਆਪਣੀ ਕਿਸਮਤ ਨਹੀਂ ਲਿਖਣੀ। ਗੁਰੂ ਜੀ ਫਿਰ ਆਪਣੀ ਬਾਣੀ ਚ ਅੱਗੇ ਫਰਮਾਉਂਦੇ ਹਨ, ਜਿਹੇ ਬਿਦ ਮੁਕਤ ਭਏ ਸੰਕਾਦਿਕ ਹਿਰਦੈ ਬਿਦਾਰ ਪ੍ਰਕਾਸ਼ ਦਿਖਾਓ। ਜਿਹੇ ਬਿਦ ਮੁਕਤ ਭਏ ਸੰਕਾਦਿਕ ਹਿਰਦੈ ਬਿਦਾਰ ਪ੍ਰਕਾਸ਼ ਦਿਖਾਓ। ਗੁਰੂ ਜੀ ਆਪਣੀ ਬਾਣੀ ਚ ਕਹਿ ਰਹੇ ਨੇ ਕਿ ਆ ਤੈਨੂੰ ਦੱਸਾਂ, ਉਹ ਸਨਕ ਤੇ ਉਹਦੇ ਚਾਰੇ ਭਰਾਵਾਂ ਨੇ ਕਿਸ ਤਰ੍ਹਾਂ ਮੁਕਤੀ ਪਾਈ ਹੈ। ਰਿਦੇ ਬਿਦਾਰ ਪ੍ਰਕਾਸ਼ ਦਿਖਾਉ, ਕਹਿੰਦੇ ਜਦੋਂ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਪ੍ਰਕਾਸ਼ ਨੂੰ ਪ੍ਰਗਟ ਕਰ ਲਿਆ, ਆਪਣੇ ਅੰਤਰ ਹੀ ਅੰਤਰ ਉਹਨਾਂ ਨੇ ਪ੍ਰਕਾਸ਼ ਨੂੰ, ਜੋਤੀ ਨੂੰ ਪ੍ਰਗਟ ਕਰ ਲਿਆ, ਤੋ ਮੁਕਤੀ ਨੂੰ ਪਾ ਗਏ। ਤੇ ਗੁਰੂ ਜੀ ਨੇ ਸਾਨੂੰ ਉਹ ਅੰਤਰ ਹੀ ਅੰਤਰ ਧਿਆਨ ਸਾਧਨਾ ਦਾ ਜੋ ਤਰੀਕਾ ਸਮਝਾਇਆ ਹੋਇਆ ਕਿ ਸਹਿਜ ਸਮਾਧ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਲਾਗੇ ਕਹੇ ਰਵਦਾਸ ਪ੍ਰਕਾਸ਼ ਰਿਦੇ ਧਰ ਜਨਮ ਮਰਨ ਭੈ ਭਾਗੀ। ਅਜੀਬ, ਜਦੋਂ ਤੂੰ ਸਾਰੀਆਂ ਉਪਾਧੀਆਂ ਤੋਂ ਰਹਿਤ ਹੋ ਕਰਕੇ, ਵਿਕਾਰਾਂ ਦਾ ਤਿਆਗ ਕਰਕੇ ਅੰਤਰ ਹੀ ਅੰਤਰ ਧਿਆਨ ਨੂੰ ਜੋੜ ਲਵੇਂਗਾ, तो तेरे अंतर ही अंतर प्रकाश हो जाएगा। जदों तेरे अंतर ही अंतर प्रकाश हो जाएगा, फिर जन्म मरण पै पाग, तेरे जम्मन मरण दा डर खत्म हो जाएगा, तो मुक्ति नू प्राप्त कर लेगा, बंधना तो रहत हो जाएगा। सो गुरु प्यारी सत संगत जीओ, ਅਸੀਂ ਵੀ ਉਸ ਵਿਧੀ ਨੂੰ ਅਪਣਾਣਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਸ ਵਿਧੀ ਨੂੰ ਅਪਣਾ ਕਰਕੇ ਬੜੇ ਬੜੇ ਪਾਪੀ ਜਿਹੜੇ ਨੇ ਉਹ ਮੁਕਤੀ ਨੂੰ ਪਾ ਗਏ। ਇੱਥੋਂ ਤੱਕ ਕਈ ਸ਼ਿਕਾਰੀ, ਕਈ ਅਬਗੁਨੀ ਲੋਕ ਜਿਹੜੇ ਨਾ ਜਾਣੇ ਰੋਜ਼ ਕਿਤਨਾ ਪਾਪ ਕਰਿਆ ਕਰਦੇ ਸਨ, ਪਰ ਜਦੋਂ ਗੁਰੂ ਚਰਨਾਂ ਨਾਲ ਜੁੜ ਗਏ, ਸਤਿਗੁਰੂ ਜੀ ਤੋਂ ਗਿਆਨ ਦੀ ਪ੍ਰਾਪਤੀ ਹੋ ਗਈ। ਉਹਨਾਂ ਦੇ ਦੱਸੇ ਹੋਏ ਤਰੀਕੇ ਅਨੁਸਾਰ ਜਦੋਂ ਉਹਨਾਂ ਨੇ ਧਿਆਨ ਕੀਤਾ ਤਾਂ ਸਾਰੇ ਪਾਪਾਂ ਤੋਂ ਮੁਕਤ ਹੋ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਗਏ, ਆਨੰਦ ਧਾਮ ਨੂੰ ਪਾ ਗਏ, ਬੇਗਮਪੁਰੇ ਨੂੰ ਪਾ ਗਏ। ਸੋ ਗੁਰੂ ਪਿਆਰੀ ਸਤ ਸੰਗਤ ਜੀਓ, ਅਸੀਂ ਵੀ ਉਹ ਗੁਰੂ ਜੀ ਦੀ ਬਾਣੀ ਨੂੰ ਆਪਣੇ ਜੀਵਨ ਚ ਅਪਣਾ ਕਰਕੇ ਅਸੀਂ ਵੀ ਆਨੰਦ ਧਾਮ ਨੂੰ ਪਾਣਾ ਹੋਏਗਾ। ਫਿਰ ਗੁਰੂ ਜੀ ਆਪਣੀ ਬਾਣੀ ਚ ਅੱਗੇ ਫਰਮਾਉਂਦੇ ਹਨ, ਕਾਗਦ ਕੰਬਲ ਮਤ ਮਸ ਕਰ ਨਿਰਮਲ,
ਬਿਨ ਰਸਨਾ ਨਿਸ ਦਿਨ ਗੁਣ ਗਾਓ। ਕਾਗਦ ਕਮਲ ਮਤ ਮਸ ਕਰ ਨਿਰਮਲ। ਬਿਨ ਰਸਨਾ ਨਿਸ ਦਿਨ ਗੁਣ ਗਾਓ। ਕਾਗਦ ਕਵਲ ਮਤ ਮਤ ਕਰ ਨਿਰਮਲ। ਬਿਨ ਰਸਨਾ ਹਰ ਗੁਣ ਗਾ। ਗੁਰੂ ਜੀ ਨੇ ਕਿਹਾ, ਐ ਜੀਵ ਤੂੰ ਆਪਣੇ ਹਿਰਦੇ ਨੂੰ ਨਿਰਮਲ ਕਰਕੇ ਸੁੱਧ ਕਰਕੇ ਬਿਨਾਂ ਰਸਨਾ ਤੋਂ ਉਸ ਨਾਮ ਨੂੰ ਜਪ। ਰਵਿਦਾਸ ਰਾਮ ਜਪ ਪਾਈ। ਸੰਤ ਸਾਖ ਦੇ ਬਹੁਰ ਨਾ ਆਓ। ਸਾਰਾ ਸ਼ਬਦ ਕਹਿਣ ਤੋਂ ਬਾਅਦ ਗੁਰੂ ਜੀ ਕਹਿ ਰਹੇ ਹਨ ਕਿ ਇਹ ਜੀਵ ਜਦੋਂ ਤੋਂ ਮੇਰੇ ਤਰੀਕੇ ਅਨੁਸਾਰ ਮੇਰੇ ਦੱਸੇ ਹੋਏ ਢੰਗ ਅਨੁਸਾਰ ਨਾਮ ਦਾ ਸਿਮਰਨ ਕਰੇਗਾ ਤੇ ਫਿਰ ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ। ਕਹੀ ਰਵਿਦਾਸ ਜੋ ਜਪੇ ਨਾਮ ਤਿਸ ਜਾਤ ਨਾ ਜਨਮ ਨਾ ਜੋਨੀ ਕਾਮ। ਫਿਰ ਤੂੰ ਨਾ ਨਰਕਾਂ ਚ ਜਾਏਗਾ, ਨਾ ਵਾ ਗਾਉਣ ਦੇ ਚੱਕਰ ਚ ਫਸੇਗਾ ਤੇ ਨਾ ਹੀ 84 ਦੇ ਚੱਕਰ ਚ ਪਵੇਂਗਾ। ਤੂੰ ਫਿਰ ਬੇਗਮਪੁਰੇ ਨੂੰ ਪ੍ਰਾਪਤ ਕਰ ਲਵੇਂਗਾ, ਜਿੱਥੇ ਜਾ ਕੇ ਤੇਰਾ ਜੀਵਨ ਆਨੰਦਮਈ ਹੋ ਜਾਏਗਾ। ਸੋ ਗੁਰੂ ਪਿਆਰੀ ਸਤ ਸੰਗਤ ਜੀਓ, ਅੱਜ ਸੋ ਅਸੀਂ ਸਾਰੀਆਂ ਸੰਗਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਜੋਤੀ ਜੋ ਸਮਾਨ ਦਿਵਸ ਤੇ ਇਕੱਤਰ ਹੋਏ ਹਾਂ। ਬ੍ਰਹਮਲੀਨ ਸੁਆਮੀ ਸਿੰਗਾਰਾਗਿਰ ਜੀ ਜਿਨ੍ਹਾਂ ਦੇ ਨਿਰਵਾਣ ਦਿਵਸ ਤੇ ਅਸੀਂ ਇਕੱਤਰ ਹੋਏ ਹਾਂ। ਉਹਨਾਂ ਨੂੰ ਸੱਚੇ ਸਰਦਾ ਸੁਮਨ ਭੇਟ ਕਰਨ ਲਈ, ਉਹਨਾਂ ਨੂੰ ਸੱਚੇ ਸਰਦਾ ਸੁਮਨ ਇਹੋ ਹੀ ਹੈ ਕਿ ਅਸੀਂ ਜੋ ਗੁਰੂ ਜੀ ਨੇ ਕਿਹਾ, ਸਭ ਤੋਂ ਪਹਿਲਾਂ ਜਿਹੜੀ ਸਮਾਜਿਕ ਪਾਠਸ਼ਾਲਾ ਹੈ ਉਹਦੇ ਵਿੱਚ ਜਾਣਾ ਹੈ। ਅਸੀਂ ਆਪਣੇ ਬੱਚਿਆਂ ਨੂੰ ਭੇਜਣਾ ਤੇ ਨਾਲ ਨਾਲ ਆਪਣੇ ਬੱਚਿਆਂ ਨੂੰ ਅਧਿਆਤਮਕ ਨਾਲ ਵੀ ਜੋੜਨਾ, ਅਧਿਆਤਮਕ ਪਾਠਸ਼ਾਲਾ ਵਿੱਚ ਵੀ ਜੋੜਨਾ। ਕਿਉਂਕਿ ਜੇ ਸਮਾਜਿਕ ਪਾਠਸ਼ਾਲਾ ਵਿੱਚ ਜਾ ਕੇ ਪੜ੍ਹਾਈ ਆ ਗਈ, ਜੀਵਨ ਵਧੀਆ ਹੋ ਗਿਆ, ਅਧਿਆਤਮਕ ਨਾਲ ਨਾ ਜੁੜੇ ਤੋ ਨਸ਼ਿਆਂ ਦੇ ਵਿੱਚ ਵੱਧ ਗਏ, ਫਿਰ ਸਾਡਾ ਜੀਵਨ ਨਰਕ ਬਣ ਸਕਦਾ ਹੈ। ਇਸ ਕਰਕੇ ਜਿੱਥੇ ਅਸੀਂ ਸਮਾਜਿਕ ਪਾਠਸ਼ਾਲਾ ਵਿੱਚ ਜਾਣਾ, ਉੱਥੇ ਅਧਿਆਤਮਕ ਪਾਠਸ਼ਾਲਾ ਵਿੱਚ ਵੀ ਜਾਣਾ। ਇਹੀ ਸਤਿਗੁਰੂ ਰਵਿਦਾਸ ਜੀ ਦਾ ਸਾਨੂੰ ਅੱਜ ਦਾ ਸੰਦੇਸ਼ ਹੈ। ਸੋ ਗੁਰੂ ਪਿਆਰੀ ਸਤ ਸੰਗਤ ਜੀਓ, ਸਾਰੀਆਂ ਸੰਗਤਾਂ ਅੱਗੇ ਬੇਨਤੀ ਹੈ ਕਿ ਆਪ ਆਰਤੀ ਅਰਦਾਸ ਤੋਂ ਬਾਅਦ ਜਿਤਨੀਆਂ ਵੀ ਸੰਗਤਾਂ ਆਈਆਂ ਹੋਈਆਂ ਨੇ ਉਹਨਾਂ ਨੇ ਗੁਰੂ का प्रसाद ਲੈ करके जाना। और बेनती रहेगी ਜਿਹੜੀਆਂ ਵੀ ਸੰਗਤਾਂ ਆਨਲਾਈਨ ਜੁੜੀਆਂ ਹੋਈਆਂ ਨੇ, ਦੁਬਾਰਾ 1 ਤੋਂ 2 ਫਿਰ ਸਤਸੰਗ ਹੋਣਾ, ਕਿਉਂਕਿ ਇਹੋ ਹੀ ਸੋਚ ਸੀ ਕਿ ਸੰਗਤ ਦੀ ਭੀੜ ਨਾ ਹੋ ਜਾਏ। ਇਸ ਕਰਕੇ ਸੰਗਤ 2 ਹਿੱਸਿਆਂ 'ਚ ਸੱਦੀ ਗਈ ਹੈ। ਤੋ ਜਿਹੜੀਆਂ ਵੀ ਸੰਗਤਾਂ ਨੇ ਸਤਸੰਗ ਸੁਣਿਆ, ਆਰਤੀ ਅਰਦਾਸ ਤੋਂ ਬਾਅਦ ਉਹ ਗੁਰੂ का ਲੰਗਰ ਲੈ ਕੇ ਜ਼ਰੂਰ ਜਾਣ। ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਜੈ ਗੁਰੂ ਰਵਿਦਾਸ। ਗੁਰੂ ਪਿਆਰੇ ਸਤ ਸੰਗਿਓ, ਕਰੋ ਰਸਨਾ ਨੂੰ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ।
ਪੜੋ ਗੁਰੂ ਜੀ ਦੀ ਆਰਤੀ। ਨਾਮ ਤੇਰੋ ਆਰਤੀ ਮਜਨ ਮੋਰਾ ਹਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਮਜਨ ਮੋਰਾ ਹਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਣੋ, ਨਾਮ ਤੇਰੋ ਉਰਸਾ, ਨਾਮ ਤੇਰੋ ਆਸਣੋ, ਨਾਮ ਤੇਰੋ ਉਰਸਾ। ਨਾਮ ਤੇਰਾ ਕੇਸਰੋ ਲੇਸ ਟਕਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ। ਗਸ ਜਪੇ ਨਾਮ ਲੇ ਤੁਝੇ ਕੋ ਚਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰਾ ਦੇਵਾ, ਨਾਮ ਤੇਰੋ ਬਾਤੀ, ਨਾਮ ਤੇਰਾ ਦੇਵਾ, ਨਾਮ ਤੇਰੋ ਬਾਤੀ। ਨਾਮ ਤੇਰੋ ਤੇਲ ਲੈ ਮਾਹੇ ਪਸਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ। ਪਿਓ ਪਵਨ ਸਗਲਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ। ਭਾਰ 18 ਸਗਲ ਝੂਠਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਤੇਰੋ ਕੀਆ ਤੁਝੇ ਕਿਆ ਅਰਪਿਓ, ਤੇਰੋ ਕੀਆ ਤੁਝੇ ਕਿਆ ਅਰਪਿਓ। ਨਾਮ ਤੇਰਾ ਤੂੰ ਹੀ ਚਵਰ ਡੋਲਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। 10 68 60 ਚਾਰੇ ਖਾਨੀ, 10 68 60 ਚਾਰੇ ਖਾਣੀ। ਇਹ ਵਰਤਨ ਹੈ ਸਗਲ ਸੰਸਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ, ਕਹਿ ਰਵਿਦਾਸ ਨਾਮ ਤੇਰੋ ਆਰਤੀ। ਸਾਤੇ ਨਾਮ ਹੈ ਹਰ ਭੋਗ ਤੁਹਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਰਤੀ ਮਜਨ ਮੋਰਾ ਹਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ।
हर के नाम बिन झूठे सगल पसारे। अरदास। रवदास नाम का जगत में चंडा गड़ाय पार। पाप पुरुष सब थक गए जिसे न परया पार। रविदास नाम का जगत में सूरज चमक रहा। उपदेश लिया जिस गुरु से हृदय दमक रहा। रविदास नाम इस जगत में है लालन के लाल। प्राप्त उनको है सही जन गुरु जिन पर दयाल। श्वास जाए परवाह न करो पुण्य पुण्य लायो वाग। भगत जान वैराग के तरो अपना हाथ। विनती करो हाथ जोड़ के सुनो गुरु रविदास। कृपा कीजे उदास ते करो बुद्ध प्रकाश। सुहंग नाम जहाज है चढ़े सोतरे पार। जो सरदा कर सेवद सतगुरु पार उतार निहार। नमस्कार गुरुदेव को जुग जुग तार निहार। चेता चमार ऋषि वाल्मीक जी नाम देव कुल तार। नाम देव कुल तार जुगो जुग तारा। भगत कबीर जैन बहादुर सैन के संपोख ऋषि बलवीर। रंका बैंका पीलनी भगत बठार निहास। लूलंगर चलते करो काम को रास। जिया जंत परिवार का रहे नाम से ध्यान। गुरु रविदास ऋषि वाल्मीक जी सदा करे कल्याण। गुरु रविदास ऋषि वाल्मीक जी सदा करे कल्याण। श्लोक। हर सोई रासाड के करहे आन की आस। ते नर दो जग जाएंगे सत पाखे रविदास। हर सो हीरा साढ़ के करे आन की आस। ते नर दो जग जाएंगे सत पाखे रविदास। जो पुल महाराज की जय। स्वामी जगत गिर महाराज की जय। स्वामी गुरुदेव गिर महाराज की जय। सब साध संतन की जय। जय गुरुदेव जय श्री गुरु रविदास।